आप लिहो तुम कथा सुधारी। सतनाम श्री वाहिगुरु साहिब जीओ। बल ते चूथी खेच के वह बार हलाई, इत उत करके जोर ते बाहर निकसाई। ईटा खुछक उड़खै ले खोल के वारा, अंतर जाय प्रवेश्यो बिन शंक उदारा। वाहिगुरु जी का खालसा वाहिगुरु जी की फतेह। गुरु की साजी नवाजी होई। गुरु खालसा साध संगत जीओ, आप जी अत्यंत बड़ भागे हो। गुरु की पवित्र पावन हजूरी च बैठ के गुरबाणी का आनंद माणिया है। ਸੋਦਾ ਰਹਿਰਾਸ ਸਾਹਿਬ ਦੇ ਪਾਠ ਤੇ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਉਸ ਇਤਿਹਾਸ ਦੀ ਮਹਾਨ ਪਵਿੱਤਰ ਪਾਵਨ ਕਥਾ ਨਾਲ ਜੁੜੀਏ ਜੋ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਸਾਡੇ ਭਲੇ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਕਰਵਾਈ। ਪਤਾ ਲੱਗਾ ਕਿ ਗੋਇੰਦਵਾਲ ਸਾਹਿਬ ਜੋ ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਕੋਲ ਹਨ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੋਤਰੇ ਬਾਬਾ ਸੰਸਰਾਮ ਜੀ ਕੋਲੋਂ ਲਿਖਵਾਈਆਂ ਸਨ। 4 ਗੁਰੂ ਸਾਹਿਬਾਂ ਦੀ ਬਾਣੀ ਉਹਨਾਂ ਵਿੱਚ ਆਉਂਦੀ ਹੈ। 3 ਪਾਤਸ਼ਾਹੀਆਂ ਦੀ ਤਾਂ ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਸੰਪੂਰਨ ਕਰਾਤੀ। ਚੌਥੇ ਪਾਤਸ਼ਾਹ ਦੇ ਸਮੇਂ ਇੱਕ ਹੋਰ ਪੋਥੀ ਚੌਥੇ ਪਾਤਸ਼ਾਹ ਦੀ ਬਾਣੀ ਦੀ ਬਾਬਾ ਸੰਸਰਾਮ ਜੀ ਨੇ ਲਿਖੀ ਸੀ। ਬਾਬਾ ਸੰਸਰਾਮ ਜੀ ਸਤਿਗੁਰੂ ਅਮਰਦਾਸ ਜੀ ਦੇ ਪੋਤਰੇ ਸਨ, ਬਾਬਾ ਮੋਹਨ ਜੀ ਦੇ ਪੁੱਤਰ ਸਨ। ਬੜੇ ਸੋਹਣੇ ਲਿਖਾਰੀ ਸਨ ਗੁਰਬਾਣੀ ਦੇ। ਉਹਨਾਂ ਤੋਂ ਪੋਥੀਆਂ ਲਿਖਵਾ ਕੇ ਬਾਬਾ ਮੋਹਨ ਜੀ ਨੇ ਆਪਣੇ ਕੋਲ ਰੱਖੀਆਂ ਹੋਈਆਂ ਸਨ। ਉਹਨਾਂ ਨੂੰ ਲੈਣ ਵਾਸਤੇ ਭਾਈ ਗੁਰਦਾਸ ਜੀ ਨੂੰ ਭੇਜਿਆ, ਪਰ ਭਾਈ ਸਾਹਿਬ ਜੀ ਦੀਆਂ ਆਵਾਜ਼ਾਂ ਤੇ ਬਾਬੇ ਮੋਹਨ ਨੇ ਚੁਬਾਰਾ ਸਾਹਿਬ ਦਾ ਬੂਹਾ ਹੀ ਨਹੀਂ ਖੋਲ੍ਹਿਆ। ਸਾਰੀ ਰਾਤ ਭਾਈ ਗੁਰਦਾਸ ਜੀ ਬੂਹੇ ਤੇ ਖੜੇ ਰਹੇ, ਪਰ ਦਰਵਾਜ਼ਾ ਨਹੀਂ ਖੁੱਲ੍ਹਾ, ਪੋਥੀਆਂ ਨਹੀਂ ਮਿਲੀਆਂ। ਬੜਾ ਮਾਣ ਲੈ ਕੇ ਗਏ ਸੀ ਕਿ ਮੈਂ ਪੋਥੀਆਂ ਲੈ ਆਵਾਂਗਾ ਮੇਰੇ ਭਰਾ ਦੇ ਕੋਲ, ਪਰ ਵਾਪਸ ਆ ਗਏ, ਮਾਣ ਟੁੱਟ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਆਏ ਨੇ, ਕੁਝ ਸਮਾਂ ਦਰਵਾਜ਼ਾ ਖੜਕਾਇਆ। ਜਦੋਂ ਅੰਦਰੋਂ ਕੋਈ ਉਗ ਸੁਗ ਨਹੀਂ ਹੋਈ, ਕੋਈ ਵਿੜਕ ਨਹੀਂ ਸੁਣੀ, ਬਾਬਾ ਜੀ ਨੇ ਆਪਣੇ ਬਲ ਦੇ ਨਾਲ ਤਖਤਾ ਹੀ ਪੁੱਟ ਲਿਆ। ਤਖਤਾ ਪੁੱਟ ਕੇ ਅੰਦਰ ਵੜੇ ਹਨ। ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਲ ਤੇ ਚੂਥੀ ਖੈਂਚ ਕੇ ਬਹੁ ਬਾਰ ਹਲਾਈ। ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬੜੇ ਬਲੀ ਯੋਧੇ ਸਨ। ਆਪ ਜੀ ਨੇ ਬਲ ਦੇ ਨਾਲ ਉਹ ਜਿਹੜੀ ਚੂਲ ਸੀ ਨਾ, ਪੁਰਾਣੇ ਜ਼ਮਾਨੇ 'ਚ ਲੱਕੜ ਦੇ ਤਖਤਿਆਂ ਦੀਆਂ ਲੱਕੜ ਦੀਆਂ ਹੀ ਚੂਲਾਂ ਹੁੰਦੀਆਂ ਸੀ। ਜਿਵੇਂ ਅੱਜ ਕੱਲ੍ਹ ਸਪਰਿੰਗਾਂ ਵਾਲੇ ਕਬਜੇ ਹਨ, ਇੱਦਾਂ ਨਹੀਂ ਸੀ ਹੁੰਦੇ। ਉਹ ਲੱਕੜ ਦੀ ਚੂਲ ਵਿੱਚ ਫਸਾਈ ਹੁੰਦੀ ਸੀ। ਉਹ ਬਾਬਾ ਜੀ ਨੇ ਜ਼ੋਰ ਨਾਲ ਪੱਟ ਲਈ ਹੈ। ਹਾਂਜੀ, ਇਤ ਉਤ ਕਰਕੇ ਜ਼ੋਰ ਤੇ ਬਾਹਰ ਨਿਕਸਾਈ। ਇੱਧਰ ਉੱਧਰ ਕਰਕੇ ਜ਼ੋਰ ਦੇ ਨਾਲ ਤਖਤਾ ਹੀ ਪੁੱਟ ਲਿਆ, ਚੂਲ ਕੱਢ ਲਈ ਵਿੱਚੋਂ। ਹਾਂਜੀ, ਈਟਾਂ ਕੁਛ ਉਖੇਰ ਕੇ ਲਿਆ ਖੋਲ ਕੇ ਵਾਰਾ। ਕੁਝ ਇੱਟਾਂ ਹੀ ਉਖੇੜ ਦਿੱਤੀਆਂ ਝਟਕਾ ਮਾਰ ਕੇ, ਤੇ ਦਰਵਾਜ਼ਾ ਉਖੇੜ ਕੇ ਇੱਕ ਪਾਸੇ ਤਖਤਾ ਰੱਖ ਦਿੱਤਾ। ਅੰਤਰ ਜਾਏ ਪਰਵੇਸ਼ਿਓ ਬਿਨ ਸ਼ੰਕ ਉਦਾਰਾ। ਬਾਬਾ ਬੁੱਢਾ ਸਾਹਿਬ ਜੀ ਚੁਬਾਰਾ ਸਾਹਿਬ ਦੇ ਅੰਦਰ ਜੁੜੇ ਹਨ ਨਿਰਸੰਸੇ ਹੋ ਕੇ। ਹਾਂਜੀ, ਸ਼੍ਰੀ ਮੋਹਨ ਬੈਠੇ ਜਹਾਂ ਪਦਮਾਸਨ ਧਾਰੀ। ਅੰਦਰ ਜਾ ਕੇ ਦੇਖਿਆ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਮੋਹਨ ਜੀ ਚੌਂਕੜਾ ਮਾਰ ਕੇ ਪਦਮ ਆਸਣ ਲਾ ਕੇ ਬੈਠੇ ਸਮਾਧੀ ਵਿੱਚ ਸਥਿਤ ਹਨ। ਹਾਂਜੀ, ਲਗੀ ਸਮਾਧ ਅਖੰਡ ਰਸ ਨਹਿ ਦੇਹ ਸੰਭਾਰੀ। ਆਪਣੇ ਸਰੀਰ ਦੀ ਕੋਈ ਸੁਧ ਬੁੱਧ ਨਹੀਂ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਘ ਨ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਐਸੀ ਅਵਸਥਾ ਸੁਨ ਮੁਨ ਅਵਸਥਾ ਵਿੱਚ ਬੈਠੇ ਸਮਾਧੀ ਵਿੱਚ ਲੀਨ ਹਨ। ਅੰਤਰ ਸੁਨਮ ਬਾਹਰ ਸੁਨਮ ਤ੍ਰਿਭਵਨ ਸੁਨਮ ਸੁਨਮ। ਚੌਥੇ ਸੁਨੈ ਜੋ ਨਰ ਜਾਣੈ, ਤਾ ਕੋ ਪਾਪ ਨ ਪੁੰਨਮ।
ਘਟ ਘਟ ਸੁਨ ਕਰ ਜਾਣੈ ਭਿਓ ਆਦ ਪੁਰਖ ਨਿਰੰਜਨ ਦੇਵ। ਅਫੁਰ ਅਵਸਥਾ, ਕੋਈ ਫੁਰਨਾ ਨਹੀਂ, ਸਰੀਰ ਦਾ ਵੀ ਕੋਈ ਖਿਆਲ ਨਹੀਂ, ਇਸ ਤਰ੍ਹਾਂ ਬੈਠੇ ਹਨ ਜਿਵੇਂ ਸਰੀਰ ਹੋਵੇ ਹੀ ਨਾ। ਹਾਂਜੀ। ਕਾਸ਼ਟ ਕੇਰ ਸਮਾਨ ਦ੍ਰਿੜ ਰਜ ਹੋਇਆ ਕਰ ਬੈਸਾ। ਸਵਾਸ 10ਵੇਂ ਦੁਆਰ ਚੜੇ ਹੋਏ ਨੇ। ਸਰੀਰ ਏਦਾਂ ਜਿਵੇਂ ਲੱਕੜ ਹੁੰਦੀ ਹੈ, ਲੱਕੜੀ ਦੀ ਤਰ੍ਹਾਂ ਕੋਈ ਮੂਰਤੀ ਜਿਵੇਂ ਬਣੀ ਹੋਵੇ ਲੱਕੜੀ ਦੀ, ਸਾਰਾ ਸਰੀਰ ਲੱਕੜੀ ਦੀ ਤਰ੍ਹਾਂ ਆਕੜਿਆ ਹੋਇਆ ਹੈ। ਹਾਂਜੀ। ਜਲ ਅੰਗ ਸਗਰੇ ਕਰੇ ਥਿਤ ਕਾਸ਼ਟ ਜੈਸਾ। ਜਿਵੇਂ ਲੱਕੜੀ ਟਿਕੀ ਹੁੰਦੀ, ਆਪਣੇ ਆਪ ਹਿਲਦੀ ਜੁਲਦੀ ਨਹੀਂ, ਬਾਬਾ ਜੀ ਦੇ ਸਾਰੇ ਹੀ ਸਰੀਰ ਦੇ ਅੰਗ ਏਦਾਂ ਟਿਕੇ ਹੋਏ ਨੇ, ਨਾ ਹੱਥ ਹਿਲਦਾ ਹੈ, ਨਾ ਪ੍ਰਾਣ ਚੱਲਦੇ ਹਨ, ਬਿਲਕੁਲ ਜਿਵੇਂ ਕੋਈ ਸਰੀਰ 'ਚ ਜਾਨ ਹੀ ਨਾ ਹੋਵੇ। ਪਰ ਚਿਹਰੇ ਦੀ ਕ੍ਰਾਂਤੀ, ਚਿਹਰੇ ਦਾ ਨੂਰ ਦੱਸਦਾ ਹੈ ਕਿ ਬਾਬਾ ਮੋਹਨ ਜੀ ਦੇ ਅੰਦਰ ਬੜੀ ਜੋਤ ਦਾ ਪ੍ਰਕਾਸ਼ ਹੋ ਰਿਹਾ ਹੈ। ਹਾਂਜੀ। ਲਗ ਸਿਰ ਪਰ ਸ਼ੁਭ ਕੇਸ਼ ਹੈ ਚਾਹ ਦਿਸ਼ਨ ਬਖੇਰੇ। ਛੋਟੇ ਛੋਟੇ ਕੇਸ ਹਨ, ਬਾਵਰੀਆਂ ਹਨ, ਸੀਸ ਦੇ ਉੱਤੇ ਉਹ ਖਿਲਰੀਆਂ ਹੋਈਆਂ ਹਨ। ਕੇਵਲ ਇੱਕੋ ਲੰਗੋਟੀ ਰੱਖਦੇ ਸਨ, ਹੋਰ ਕੱਪੜਾ ਸਰੀਰ ਤੇ ਨਹੀਂ ਸੀ ਪਹਿਨਿਆ ਕਰਦੇ। ਜਿਵੇਂ ਬਾਬਾ ਸ੍ਰੀ ਚੰਦ ਜੀ ਦਾ ਆਪਾਂ ਦੇਖਦੇ ਹਾਂ, ਇੱਕੋ ਲੰਗੋਟੀ ਵਾਲਾ ਸਰੂਪ ਹੈ। ਇਸੇ ਤਰ੍ਹਾਂ ਮਹਾਰਾਜ ਦੇ ਗੁਰੂ ਅਮਰਦਾਸ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਵੀ ਇੰਨਾ ਕੀ ਕੱਪੜਾ ਰੱਖਦੇ ਸਨ। ਸਿਰ ਦੇ ਕੇਸ ਖਿਲਰੇ ਹੋਏ ਨੇ, ਬਾਵਰੀਆਂ ਖਿਲਰੀਆਂ ਹੋਈਆਂ। ਹਾਂਜੀ। ਸਦਾ ਰਹਿ ਜੋ ਨਗਨ ਹੀ ਮਨ ਮਸਤ ਬਡੇਰੇ। ਨਗਨ ਨਹੀਂ ਰਹਿੰਦੇ ਹਨ, ਮਸਤ ਰਹਿੰਦੇ ਹਨ। ਸੰਸਾਰ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਸੰਸਾਰ ਹੈ ਕਿ ਨਹੀਂ, ਹੈ ਹੀ ਕੋਈ ਨਹੀਂ। ਸਾਡੇ ਲਈ ਸੰਸਾਰ ਹੈ ਕਿਉਂਕਿ ਸਾਡੀ ਜਾਗਰਤ ਅਵਸਥਾ, ਸਾਡੀਆਂ ਬਿਰਤੀਆਂ ਬਾਹਰ ਗਈਆਂ ਹੁੰਦੀਆਂ। ਇੱਕ ਟਾਈਮ ਹੁੰਦਾ ਜਦੋਂ ਸਾਡੇ ਲਈ ਸੰਸਾਰ ਨਹੀਂ ਹੁੰਦਾ। ਉਹ ਕਿਹੜਾ? ਜਦੋਂ ਅਸੀਂ ਗੂੜੀ ਨੀਂਦ 'ਚ ਹੁੰਦੇ ਉਦੋਂ ਸੰਸਾਰ ਨਹੀਂ ਹੁੰਦਾ। ਸੰਸਾਰ ਬ੍ਰਹਮ ਗਿਆਨੀ ਲਈ ਸਦਾ ਹੀ ਨਹੀਂ ਹੁੰਦਾ। ਜਬ ਅਕਾਰਿ ਕਛ ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਗ ਮਾਤ। ਉਹ ਜਿਹੜੀ 21ਵੀਂ ਅਸ਼ਟਪਦੀ 'ਚ ਮਹਾਰਾਜ ਅਵਸਥਾ ਦੱਸੀ ਹੈ ਨਾ, ਉਹ ਬਾਬਾ ਜੀ ਦੀ, ਬਾਬਾ ਮੋਹਨ ਜੀ ਦੀ ਹੈ। ਹਾਂਜੀ। ਬੁੱਢਾ ਬਿਸਮ ਹੋਏ ਰਹਿਓ ਅਵਲੋਕਨ ਕੀਨਾ। ਬਾਬਾ ਬੁੱਢਾ ਸਾਹਿਬ ਜੀ ਦੇਖ ਕੇ ਹੈਰਾਨ ਹਨ ਕਿ ਬਾਬਾ ਮੋਹਨ ਸਾਹਿਬ ਜੀ ਕਿਸ ਤਰ੍ਹਾਂ ਸਮਾਧੀ 'ਚ ਬੈਠੇ, ਸਰੀਰ ਤੋਂ ਪਰੇ ਜਾ ਚੁੱਕੇ ਹਨ। ਹਾਂਜੀ। ਰਹਿਓ ਹਿਲਾਏ ਸਰੀਰ ਕੋ ਆਸਨ ਆਸੀਨਾ। ਬਾਬਾ ਬੁੱਢਾ ਜੀ ਉਹਨਾਂ ਦੀ ਸਮਾਧੀ ਖੋਲ੍ਹਣ ਲਈ ਯਤਨ ਕਰਨ ਲੱਗੇ। ਬਾਬਾ ਬੁੱਢਾ ਜੀ ਨੇ ਉਹਨਾਂ ਦੇ ਸਰੀਰ ਨੂੰ ਹਿਲਾਇਆ ਜੁਲਾਇਆ ਵੀ ਬਾਬਾ ਮੋਹਨ ਜੀ ਦੇ ਸਰੀਰ ਵਿੱਚ ਚੇਤਨਾ ਪਰਤ ਆਵੇ, ਸਮਾਧੀ ਤੋਂ ਇਹਨਾਂ ਦਾ ਉਥਾਨ ਹੋਵੇ। ਲੱਗੀ ਸਮਾਧ ਅਗਾਧ ਹੀ ਨਹਿ ਪੌਨ ਉਤਾਰਾ। ਪਰ ਐਸੀ ਡੂੰਘੀ ਗੂੜੀ ਸਮਾਧ ਲੱਗੀ ਹੋਈ ਸੀ ਕਿ ਬਾਬਾ ਮੋਹਨ ਜੀ ਦੇ ਸਵਾਸ ਥੱਲੇ ਨਹੀਂ ਉਤਰੇ। ਹਾਂਜੀ। ਇਤ ਉਤ ਰਹਿਓ ਹਿਲਾਏ ਬਹੁ ਨਹਿ ਪਾਈ ਸੰਭਾਰਾ। ਬਾਬਾ ਮੋਹਨ ਜੀ ਦੇ ਸਰੀਰ ਨੂੰ ਸਾਧ ਸੰਗਤ ਜੀ ਇੱਧਰ ਉੱਧਰ ਹਿਲਾਉਣ ਦਾ ਬੜਾ ਯਤਨ ਕੀਤਾ। ਸਾਧ ਸੰਗਤ ਜੀ ਅੱਜ ਕੱਲ੍ਹ ਤਾਂ ਕਈਆਂ ਨੂੰ ਇਹ ਕਥਾ ਸੁਣ ਕੇ ਇੰਝ ਲੱਗਣੀ ਪਤਾ ਨਹੀਂ ਇਹ ਗੱਪਾਂ ਹੀ ਲਿਖੀਆਂ ਹੋਈਆਂ ਨੇ, ਪਰ ਦਾਸ ਨੇ ਇਹੋ ਜਿਹੀ ਅਵਸਥਾ ਵਾਲੇ ਸਿੰਘਾਂ ਦੇ ਖੁਦ ਦਰਸ਼ਨ ਕੀਤੇ ਕਿ ਆਪਣੇ ਸਰੀਰ ਦਾ ਪਤਾ ਹੀ ਨਹੀਂ ਸੀ ਰਹਿੰਦਾ। ਜਿਵੇਂ ਲੱਕੜ ਬਣ ਜਾਂਦੀ ਇੱਦਾਂ ਸਰੀਰ ਹੋ ਜਾਂਦਾ ਸੀ, ਪਰ ਗੁਪਤ ਰਹਿੰਦੇ ਸੀ, ਦਾਮ ਲੋਕਾਂ 'ਚ ਪ੍ਰਗਟ ਨਹੀਂ ਹੋਏ। ਸਰੀਰ ਜਿਵੇਂ ਲੱਕੜੀ ਹੁੰਦੀ ਹੈ, ਜਾਨ ਹੈ ਹੀ ਨਹੀਂ, ਪ੍ਰਾਣ ਪਤਾ ਹੀ ਨਹੀਂ ਲੱਗ ਸਕਦਾ ਵੀ ਸਵਾਸ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਪਰ ਚਿਹਰੇ ਤੋਂ ਪਤਾ ਲੱਗਦਾ ਸੀ ਵੀ ਜਿਉਂਦੇ ਹਨ। ਚਿਹਰੇ ਤੇ ਨੂਰ ਜਿਹੜਾ ਹੈ ਉਹ ਮੱਥਾ ਬਹੁਤ ਜ਼ਿਆਦਾ ਚਮਕਣ ਲੱਗ ਜਾਂਦਾ ਸੀ। ਬਾਕੀ ਸਰੀਰ ਇੱਦਾਂ ਸੀ ਜਿਵੇਂ ਡੈਡ ਬਾਡੀ ਹੋਵੇ, ਮ੍ਰਿਤਕ ਹੋਵੇ। ਇਹ ਅਵਸਥਾ ਹੁੰਦੀ ਵੱਖਰੀ ਵੱਖਰੀ। ਬਾਬਾ ਮੋਹਨ ਜੀ ਇਸ ਅਵਸਥਾ 'ਚ ਪਹੁੰਚੇ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸਤਿਗੁਰਾਂ ਦੀ ਬਖਸ਼ਿਸ਼ ਹੈ ਉਹਨਾਂ ਤੇ। ਤੋ ਮਹਾਰਾਜ ਸਾਹਿਬ ਜੀ ਦੇ ਪੁੱਤਰ ਬਾਬਾ ਮੋਹਨ ਜੀ ਬੈਠੇ ਨੇ ਸਮਾਧੀ 'ਚ, ਤੇ ਉਹਨਾਂ ਨੂੰ ਸਮਾਧੀ ਤੋਂ ਉਥਾਨ ਕਰਨ ਦੇ ਲਈ ਬੜਾ ਯਤਨ ਬਾਬਾ ਬੁੱਢਾ ਜੀ ਨੇ ਕੀਤਾ, ਪਰ ਉਹ ਸਮਾਧੀ 'ਚੋਂ ਉੱਠੇ ਨਹੀਂ। ਹਾਂਜੀ। ਸ਼ਬਦ ਸੁਣਿਓ ਜਬ ਅਪਰਨੇ ਤਰ ਖੋਲਨ ਕੋਰਾ। ਜਦੋਂ ਬਾਬਾ ਬੁੱਢਾ ਜੀ ਨੇ ਦਰਵਾਜ਼ਾ ਤੋੜਿਆ, ਤਖਤਾ ਪੱਟ ਕੇ ਅੰਦਰ ਵੜੇ, ਉਹ ਆਵਾਜ਼ ਦੂਸਰਿਆਂ ਨੇ ਵੀ ਸੁਣੀ, ਜਿਹੜੇ ਗੁਰੂ ਅਮਰਦਾਸ ਜੀ ਦੇ ਬਾਕੀ ਸਾਹਿਬਜ਼ਾਦੇ ਪੋਤੇ ਪੜੋਤੇ ਸਨ। ਹਾਂਜੀ। ਸੁਧ ਦੀਨਸ ਤਿਨ ਮੋਹਰੀ ਆਇਓ ਤਿਸ ਡੇਰਾ। ਉਹਨਾਂ ਨੇ ਬਾਬਾ ਮੋਹਰੀ ਜੀ ਨੂੰ ਖਬਰ ਦਿੱਤੀ। ਬਾਬਾ ਮੋਹਰੀ ਜੀ ਬਾਬਾ ਮੋਹਨ ਜੀ ਤੋਂ ਛੋਟੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਸਭ ਤੋਂ ਪਿਆਰੇ ਪੁੱਤਰ ਸਨ। ਕਹਿੰਦੇ ਨੇ ਗੁਰੂਆਂ ਦੇ ਜਿੰਨੇ ਪੁੱਤਰ ਹੋਏ ਨੇ ਉਹਨਾਂ 'ਚੋਂ ਸਭ ਤੋਂ ਪਹਿਲਾਂ ਬਾਬਾ ਮੋਹਰੀ ਜੀ ਸਨਮੁਖ ਹੋਏ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਮੋਹਰੀ ਜੀ ਦਾ ਨਾਮ ਪਹਿਲਾਂ ਆਉਂਦਾ।
ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਸਤਿਗੁਰੂ ਨਾਨਕ ਸਾਹਿਬ ਦੇ ਵੱਡੇ ਮਹਾਨ ਪੁੱਤਰ ਹੋਏ, ਪਰ ਜਿਹੜੀ ਗੁਰੂ ਦੇ ਬਚਨ ਨੂੰ ਪਾਲਣ ਦੀ ਗੱਲ ਹੈ, ਹੁਕਮ ਮੰਨਣ ਦੀ, ਉਹ ਉਹਨਾਂ ਤੋਂ ਵੀ ਨਹੀਂ ਹੋਈ। ਫਿਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਸਤਿਗੁਰੂ ਅੰਗਦ ਦੇਵ ਜੀ ਦੇ ਪੁੱਤਰ ਹੋਏ, ਬੜੇ ਬੰਦਗੀ ਵਾਲੇ ਮਹਾਤਮਾ ਮਹਾਂਪੁਰਸ਼ ਹੋਏ, ਪਰ ਪਿਤਾ ਸਤਿਗੁਰਾਂ ਦਾ ਬਚਨ ਉਹ ਵੀ ਨਹੀਂ ਪਾਲ ਸਕੇ। ਗੁਰੂ ਅਮਰਦਾਸ ਜੀ ਦੇ ਵੀ ਦੋ ਪੁੱਤਰ, ਬਾਬਾ ਮੋਹਣ ਤੇ ਬਾਬਾ ਮੋਹਰੀ। ਬਾਬਾ ਮੋਹਣ ਜੀ ਵੀ ਗੁਰੂ ਅਮਰਦਾਸ ਦਾ ਹੁਕਮ ਨਹੀਂ ਮੰਨ ਸਕੇ, ਮੋਹਰੀ ਨੇ ਮੰਨਿਆ। ਮੋਹਰੀ ਨੂੰ ਜਦੋਂ ਹੁਕਮ ਹੋਇਆ ਸੀ ਵੀ ਗੁਰੂ ਰਾਮਦਾਸ ਦੇ ਪੈਰਾਂ ਤੇ ਮੱਥਾ ਟੇਕੋ, 7 ਬਚਨ ਕਹਿ ਕੇ ਉਸੇ ਵੇਲੇ ਟੇਕਦਾ। ਇਸੇ ਕਰਕੇ ਗੁਰਬਾਣੀ 'ਚ ਲਿਖਿਆ ਨਾ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਦੀ। ਮੋਹਰੀ ਪੁੱਤ ਗੁਰੂ ਦਾ ਸਨਮੁਖ ਪੁੱਤਰ ਹੈ। ਬਾਬੇ ਮੋਹਰੀ ਨੂੰ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਆਏ ਨੇ ਤੇ ਬਾਬਾ ਮੋਹਣ ਦਾ ਦਰਵਾਜ਼ਾ ਭੰਨ ਕੇ ਅੰਦਰ ਜਾ ਵੜੇ ਨੇ। ਹਾਂਜੀ, ਨਮੋ ਕਰਤ ਵੱਡਾ ਪਿਖਿਓ ਪਦ ਕਹਿਤ ਹਿਲਾਵੇ। ਇੰਨੇ ਨੂੰ ਬਾਬਾ ਜੀ ਮੋਹਰੀ ਜੀ ਵੀ ਆ ਗਏ। ਬਾਬਾ ਮੋਹਰੀ ਜੀ ਨੇ ਕੀ ਦੇਖਿਆ ਕਿ ਬਾਬਾ ਮੋਹਣ ਜੀ ਬੈਠੇ ਨੇ ਤੇ ਬਾਬਾ ਬੁੱਢਾ ਜੀ ਉਹਨਾਂ ਦੇ ਚਰਨਾਂ ਤੇ ਹੱਥ ਰੱਖ ਕੇ ਉਹਨਾਂ ਦੇ ਚਰਨਾਂ ਨੂੰ ਮਲ ਰਹੇ ਨੇ, ਉਹਨਾਂ ਦੇ ਚਰਨਾਂ ਦੀ ਤਲੀਆਂ ਝੱਸ ਰਹੇ ਨੇ। ਬਾਬਾ ਬੁੱਢਾ ਜੀ ਵੀ ਬਾਬਾ ਮੋਹਣ ਜੀ ਸੋਝੀ 'ਚ ਆਉਣ ਤੇ ਸਾਡੇ ਨਾਲ ਗੱਲਬਾਤ ਕਰਨ। ਹਾਂਜੀ, ਦੌੜਤ ਆਏ ਮੋਹਰੀ ਕਹਿ ਬਾਕ ਸੁਣਾਵੇ। ਬਾਬਾ ਮੋਹਰੀ ਜੀ ਦੌੜ ਕੇ ਅੰਦਰ ਵੜੇ ਤੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਮੋਹਰੀ ਜੀ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਹਨ। ਹਾਂਜੀ, ਕਯੋ ਸ਼ਿਰਤ ਹੋ ਇਨ ਹੋ ਕੋ ਨਿਤ ਮਸਤ ਸੁਭਾਉ। ਬਾਬਾ ਬੁੱਢਾ ਸਾਹਿਬ ਜੀਓ, ਆਪ ਜਿਨ੍ਹਾਂ ਨੂੰ ਕਿਉਂ ਛੇੜ ਰਹੇ ਹੋ, ਇਹ ਤਾਂ ਮਸਤਾਨੇ ਨੇ, ਇਹ ਤਾਂ ਆਪਣੀ ਮਸਤ ਅਵਸਥਾ 'ਚ ਰਹਿੰਦੇ ਨੇ, ਇਹ ਤਾਂ ਕਈ ਮਹੀਨੇ ਇੱਦਾਂ ਬੈਠੇ ਰਹਿੰਦੇ ਆ, ਇਹ ਤਾਂ ਕਈ ਮਹੀਨੇ ਪ੍ਰਸ਼ਾਦਾ ਹੀ ਨਹੀਂ ਛਕਦੇ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਕੋਈ ਲੈਣ ਦੇਣ ਨਹੀਂ ਰੱਖਦੇ, ਇਹਨਾਂ ਦੀ ਤਾਂ ਇਹੀ ਅਵਸਥਾ ਰਹਿੰਦੀ ਹੈ, ਤੁਸੀਂ ਇਹਨਾਂ ਨੂੰ ਕਿਉਂ ਜਗਾ ਰਹੇ ਹੋ। ਹਾਂਜੀ, ਵੱਡ ਲਗ ਨਹੀਂ ਵਿਚਾਰ ਤੋਂ ਨਹ ਦੇਖਿਆ ਕਾਉ। ਫਿਰ ਇਹ ਆਪਣੀ ਮੌਜ ਵਿੱਚ ਹੀ ਅੱਖਾਂ ਖੋਲਣ ਤੇ ਖੋਲਣ, ਜੇ ਖੋਲ ਵੀ ਗਈਆਂ ਤੇ ਪਤਾ ਨਹੀਂ ਕੀ ਬੋਲਣਾ, ਕਿਉਂਕਿ ਇਹ ਨਹੀਂ ਦੇਖਦੇ ਵੀ ਵੱਡਾ ਕਿ ਛੋਟਾ, ਇਹ ਆਪਣੀ ਮਸਤੀ 'ਚ ਰਹਿੰਦੇ। ਇਹ ਹੋ ਸਕਦਾ ਤੁਹਾਨੂੰ ਕੋਈ ਕੌੜਾ ਬਚਨ ਬੋਲ ਦੇਣਾ, ਤੁਸੀਂ ਇਹਨਾਂ ਨੂੰ ਹਿਲਾ ਰਹੇ ਹੋ, ਇਹ ਤੁਹਾਡੀ ਬੇਅਦਬੀ ਨਾ ਕਰ ਦੇਣ। ਕਿਉਂਕਿ ਬਾਬਾ ਮੋਹਰੀ ਜੀ ਬੜੇ ਸਿਆਣੇ ਸਨ, ਪਤਾ ਸੀ ਵੀ ਬਾਬਾ ਬੁੱਢਾ ਜੀ ਕਿੱਡੇ ਸਤਿਕਾਰਯੋਗ ਨੇ, ਤੇ ਜੇ ਬਾਬਾ ਮੋਹਣ ਜੀ ਉਹਨਾਂ ਨੂੰ ਕੋਈ ਕੌੜਾ ਬਚਨ ਬੋਲਦੇ ਆ, ਕੋਈ ਫਿੱਕਾ ਬਚਨ ਬੋਲਦੇ ਆ, ਤਾਂ ਵੀ ਮਾੜੀ ਗੱਲ ਹੈ। ਤੇ ਬਾਬਾ ਬੁੱਢਾ ਜੀ ਨੂੰ ਹੀ ਕਹਿੰਦੇ ਵੀ ਆਪ ਜੀ ਜਾਣਦੇ ਹੋ ਬਾਬਾ ਜੀ, ਇਹਨਾਂ ਨੂੰ ਏਦਾਂ ਨਾ ਬੁਲਾਓ, ਪਤਾ ਨਹੀਂ ਕਿਹੜੇ ਰੰਗ 'ਚ ਬੈਠੇ ਹੋਏ ਨੇ। ਹਾਂਜੀ, ਸਰਾਪ ਆਦ ਨਿਸ਼ਠੁਰਪਨ ਹੈ, ਹੇਰਤ ਰਿਸ ਧਾਰੈ। ਇਹਨਾਂ ਦਾ ਵੇਖ ਕੇ ਗੁੱਸਾ ਕਰ ਜਾਂਦੇ ਨੇ, ਕੋਈ ਕੌੜਾ ਬਚਨ ਕਹਿ ਦੇਣ, ਸਰਾਪ ਦੇ ਦੇਣ, ਤਾਂ ਉਹ ਵੀ ਟਲਦਾ ਕੋਈ ਨਹੀਂ, ਕਿਉਂ ਗੁਰੂ ਅਮਰਦਾਸ ਦੇ ਪੁੱਤਰ ਜੋ ਹਨ ਵੱਡੇ, ਉਹਨਾਂ ਦੀ ਸ਼ਕਤੀ ਤਾਂ ਇਹਨਾਂ 'ਚ ਹੈ, ਸਰਾਪ ਵੀ ਦੇ ਦਿੰਦੇ ਨੇ, ਕੋਈ ਬਚਨ ਕਰ ਦਿੰਦੇ ਨੇ। ਆਪ ਜੀ ਨੂੰ ਕੋਈ ਬਚਨ ਕਰਨਾ, ਤੁਸੀਂ ਇਹਨਾਂ ਨੂੰ ਕੋਈ ਬਚਨ ਕਰੋ, ਕੋਈ ਝਗੜਾ ਨਾ ਹੋਵੇ। ਮੈਂ ਇਸ ਕਰਕੇ ਕਹਿਣਾ ਵੀ ਤੁਸੀਂ ਨਾ ਛੇੜੋ ਇਹਨਾਂ ਨੂੰ। ਹਾਂਜੀ, ਕਾਰਨ ਸਪਰਸੋ ਅੰਗ ਇਨ ਨਹ ਨੈਣ ਉਗਾਰੈ। ਇਹਨਾਂ ਨੂੰ ਹੱਥਾਂ ਨਾਲ ਨਾ ਛੇੜੋ, ਨਾ ਸਪਰਸ਼ ਕਰੋ, ਇਹਨਾਂ ਦੀਆਂ ਅੱਖਾਂ ਨਾ ਖੋਲਣ ਦਾ ਯਤਨ ਕਰੋ। ਜੇ ਅੱਖਾਂ ਖੋਲ ਕੇ ਸਮਾਧੀ 'ਚੋਂ ਬਾਹਰ ਆ ਕੇ ਕੋਈ ਕੌੜਾ ਬਚਨ ਕਰ ਦੇਣ, ਫਿਰ ਕੀ ਕਰਾਂਗੇ। ਹਾਂਜੀ, ਨਿਜ ਸੁਭਾਅ ਮਹਿ ਮਸਤ ਰਹਿ, ਕਿਹ ਸੰਗ ਨਾ ਬੋਲੇ। ਇਹ ਬਾਬਾ ਬੁੱਢਾ ਸਾਹਿਬ ਜੀ ਇਹ ਆਪਣੀ ਮਸਤੀ 'ਚ ਰਹਿੰਦੇ ਨੇ। ਬਾਬਾ ਮੋਹਣ ਜੀ ਕਿਸੇ ਨਾਲ ਨਹੀਂ ਬੋਲਦੇ। ਅਸੀਂ ਤਾਂ ਇਹਨਾਂ ਦੇ ਛੋਟੇ ਭਾਈ ਹਾਂ, ਅਸੀਂ ਵੀ ਇਹਨਾਂ ਨੂੰ ਬੁਲਾਉਣ ਦਾ ਯਤਨ ਕਰਦੇ, ਸਾਡੇ ਨਾਲ ਵੀ ਨਹੀਂ ਬੋਲਦੇ, ਘਰ ਦੇ ਜੀਆਂ ਨਾਲ ਵੀ ਇਹ ਗੱਲਬਾਤ ਨਹੀਂ ਕਰਦੇ, ਆਪਣੀ ਮਰਜ਼ੀ ਨਾਲ ਬੋਲ ਪੈਣ, ਕਿਸੇ ਦੇ ਬੁਲਾਇਆ ਨਹੀਂ ਬੋਲਦੇ। ਹਾਂਜੀ, ਬੈਠਿਓ ਅੰਤਰ ਇਮ ਰਹਿ, ਕਬ ਦਰ ਖੋਲੇ। ਇਹ ਤਾਂ ਮਹੀਨਾ ਕੁੰਡੀ ਅੰਦਰੋਂ ਲਾ ਕੇ ਬੈਠੇ ਰਹਿੰਦੇ, ਕਦੀ ਆਪਣੀ ਮੌਜ ਨਾਲ ਕੁੰਡੀ ਖੋਲ ਕੇ ਬਾਹਰ ਦਰਸ਼ਨ ਦਿੰਦੇ, ਨਹੀਂ ਤਾਂ ਇਹ ਅੰਦਰ ਹੀ ਰਹਿੰਦੇ, ਬੰਦਗੀ ਕਰਦੇ ਰਹਿੰਦੇ, ਸਮਾਧੀ 'ਚ ਰਹਿੰਦੇ ਮਹਾਂਪੁਰਸ਼। ਹਾਂਜੀ, ਜਗ ਹਾਥਨ ਭੋਜਨ ਕਰੈ, ਜਬ ਤਜ ਹੈ ਸਮਾਦਾ। ਜਦੋਂ ਸਮਾਧੀ 'ਚੋਂ ਬਾਹਰ ਆਉਂਦੇ ਨੇ, ਇਹਨਾਂ ਨੂੰ ਪ੍ਰਸ਼ਾਦਾ ਦੇਈਦਾ, ਥਾਲੀ ਵਿੱਚ ਪਾ ਕੇ ਪ੍ਰਸ਼ਾਦਾ। ਬਾਬਾ ਮੋਹਰੀ ਜੀ ਬੜਾ ਸਿਆਣੇ ਸੀ ਨਾ, ਸਾਰਾ ਉਹ ਗੁਰੂ ਘਰ ਦਾ ਉਹ ਜ਼ਿੰਮੇਵਾਰੀ ਨਿਭਾਉਂਦੇ ਸੀ, ਕਿ ਰਿਸ਼ਤੇਦਾਰੀ ਭਾਈਚਾਰਾ ਵੀ ਉਹੀ ਸਾਂਭਦੇ ਸੀ, ਸੰਗਤਾਂ ਨੂੰ ਵੀ ਉਹੀ ਸਾਂਭਦੇ ਸੀ, ਗੁਰੂ ਘਰ ਦੇ ਕੰਮਕਾਰ 'ਚ ਉਹਨਾਂ ਦੀ ਸਲਾਹ ਲਈ ਜਾਂਦੀ ਸੀ ਤਾਂ ਉਹ ਹੀ ਦਿੰਦੇ ਸੀ। ਬਾਬਾ ਮੋਹਣ ਜੀ ਨਹੀਂ ਨਾ, ਉਹਦਾ ਬਿਲਕੁਲ ਪਰੇ ਸੀ, ਬਿਲਕੁਲ ਹੀ ਪਰੇ। ਉਹਨਾਂ ਵਾਸਤੇ ਤੇ ਸੰਸਾਰ ਹੈ ਹੀ ਕੋਈ ਨਹੀਂ ਸੀ।
तो की करते सी बाबा मोहरी जी कदी कदी प्रशादा जिहड़ा उन्होंने जदों दिंदे सी तो वह फिर प्रशादा किवें छकदे सी। वो देखो लिखिया भी जुग हाथन भोजन कर, इदां रोटी चुक लैनी जिवें 6 महीने के बच्चे साल के बच्चे रोटी दईए ना, वो 2 हाथों नाल मूँह च पा लैंदा। इदां बाबा मोहन जी 2 हाथों नाल ही प्रशादा छकदे सी। हाँ जी, नाहित बैठा इसी वेद अनगाद अगाधा, ये अगाध डूंगी समाधि च चले जाते हैं, इस तरह बैठे रहते हैं। अकाल पुरख वाहिगुरू के नाल इन्हां दी पता नहीं कितनी सुरत जुड़ चुकी है, यही जानते हैं। इन्हां दी समाधि दी कोई दूजा बंदा था नहीं पा सकता। हाँ जी, सुन बड़े तिस दिशा को बंधन पुन कीना। ये सुन के बाबा बुढ़ा जी ने ना बाबा मोहन जी के चरणों से मत्था टेकिया। साध संगत जी, असीं की जाणीए गुरसिੱਖੀ कितनी बरीक है। क्यों? जिहड़े गुरु के पुत्र ने वो भी गुरु वर्गे गुरु का रूप ने, गुरु की अंश जो होई। गुरु घर के तो कुत्तियां नूं भी नमस्कार करीदी है, तो जिहड़ा गुरु के पुत्रां दा सत्कार ना करे वो गुरु का भी सत्कार नहीं कर सकता। बाबा बुढ़ा साहब जी ने दोवें हाथ जोड़ के नमस्कार की। हाँ जी, नमो मोहरी को करी महिमा बड़ चीनी। बाबा मोहरी जी ने भी नमस्कार। ये भी गुरु के पुत्र ने, दोवें भरा सी ना, बाबा मोहन जी ते बाबा मोहरी जी। बाबा मोहन जी को नमस्कार की, फिर बाबा मोहरी जी को महिमा बड़ चीनी, वड्डी महिमा बाबा मोहरी जी। गुरबाणी च नाम आया मोहरी पुत सन्मुख हो, रामदास पैरी पाए जी। गुरु पुत्रा जो सन्मुख होए ने पहली बारी, ते बाबा मोहरी जी होए। हाँ जी, गुरबाणी हाथ न लग है और बिखै बिचारा। बाबा बुढ़ा जी ने सोच लिया भी गुरबाणी का खजाना हाथ नहीं लगना मेरे, जेड़े काम दी मैं आया वो काम बनना नहीं। हाँ जी, चलियो सदासर को बाहर गुर के दरबारा। वापस बाबा बुढ़ा जी अमृतसर नूं चल पे, गुरु अर्जन देव जी के दरबार जा हाजिर होए। हाँ जी, श्री अर्जन सो मिलियो तब पद बंधन ठानी। गुरु अर्जन साहब नूं जाके अमृतसर बाबा बुढ़ा जी ने मत्था टेकिया। हाँ जी, कही वार्ता सकल ही पाए न गुरबानी। ते सारी गल दसी भी महाराज जी मैं तो दरवाजा भन के भी अंदर वड़ गया सी, मैं तो बाबा जी के कोल चला गया सी, पर बाबा मोहन जी की मैं समाधि नहीं खोल सकिया। मैं उन्होंने चरण भी झसे हैं, उन्होंने पुड़पुड़ियां भी मलियां भी उन्होंने समाधि खुल जाए, 10वें द्वार तो बिरती थले आ जाए, पर मेरे जतना नाल भी उन्होंने बिरती बाहर नहीं आई। पता नहीं किन्नी कि डूंगी समाध विच उतरे हुए, गहरे सागर विच उतरे हुए ने बाबा मोहन जी। हाँ जी, नह समाध तिस की खुल है जा चह के सपासी। बड़े जतन किए महाराज, वो समाधि नहीं खुल सकती। तो महाराज पोथियां किहदे कोलों मंगियां, पोथियां रखी उन्होंने कोल ने। जे वो समाधि तो बाहर आउणगे तो पोथियां देणगे, जे वो समाधि तो बाहर ही नहीं आए तो पोथियां किहदे कोलों मंगीए फिर। हाँ जी, को देव है सब पोथियां किस कर है हुलासी। महाराज किहनूं कहीए पोथियां कौन दे सकदा। गुरु घर दे विच बाबा मोहन जी वड्डे ने, बाबा मोहरी जी छोटे। मोहरी जी नहीं दे सकते क्योंकि अधिकार बाबा मोहन जी दे पोथियां पईयां, जिन्हां दा अधिकार होवे उन्हां दे आग्या तो बिना कोई चीज़ नहीं लैनी चाहिए। ये मर्यादा वड्डे महापुरुषां दी। बाबा मोहन जी का अधिकार है, उही देण दा गल बनदी है। हाँ जी, तोर के वार पर वेशियो वह पांत हिलायो। मैं तो जी दरवाजा भन के अंदर वड़िया सी। मैं तो बाबा बुढ़ा जी दस रहे ने भी मैं तो उन्होंने चरणों दी तलियां भी झसियां, उन्होंने पुड़पुड़ियां भी झसियां भी उन्हों का 10वें द्वार तो जिहड़ा ना सवास थले उतर जाण, पर उन्होंने सवास उत्थे चढ़े ने उतरे नहीं। हाँ जी, ध्यान खलियो नह तिसी कहो मैं हट कर आयो। बाबा मोहरी जी कहते, बाबा बुढ़ा जी दस रहे भी बाबा मोहन जी का ध्यान नहीं खुलिया, मैं हट के वापस आ गया। सो साध संगत जी, बाबा बुढ़ा साहब जी गुरु अर्जन देव जी को दस रहे ने, ते गुरु अर्जन देव जी सुन रहे हैं। संगतां बैठियां मारे हस रहे ने, हौले हौले मुस्कुरा रहे हैं भी बाबा भाई गुरदास जी भी जो ला बैठे जोर, फिर बाबा बुढ़ा जी भी आ गए वापस। इदां नहीं पोथियां मिलनियां, गुरबाणी का बड़ा महंगा मुल है। सारियां संगतां बई गुरु दे प्यारे हो नंगे पैरी चलो गोविंदवाल साहब पोथियां लैन। फिर साध संगत जी गुरु अर्जन देव जी पालकी दे विच पोथियां लैके किवें आए, पहला किवें गए, किन्ने अदब नाल जाके श्री गोविंदवाल साहब
महाराज सच्चे पातशाह की बौली च इशनान किया, लंगर छकिया। वो मर्यादा जो उत्थों की गोइंदवाल साहब की पूरी करके चबारे साहब के सामने गली च पुजे ही थले बह के शब्द पढ़िया, मोहन तेरे उच्चे मंदिर महल अपार। ये शब्द सारा पढ़ के किमें बाबा मोहन जी पहला खिड़की खोली, फिर दरवाजा खोलिया। जिन्होंने बाबा भाई गुरदास जी ने जोर लाया, दरवाजा भी नहीं खोलिया। बाबा बुढ़ा जी दरवाजा भन के गए तो समाधि नहीं खुली। शब्द सुन के उन्होंने समाधि खुली। शब्द नाल बाहर आई बिरती, शब्द नाल गुरु साहब नूं पोथियां दित्तियां, मत्था टेकिया। वो कथा आपां कल दे प्रकरणां विच सरवण करांगे। समय के लिहाज नाल समाप्ति है।